जबकि इस एरिए के नुमाइंदे जोड़े आ वो सिर्फ वोटां लैके जितण तो बाद बाहरले एरिया के कदे कपड़े लहाउंदे फिरदे आ, कदे पड़वाउंदे फिरदे आ, पर एरिए के दुख नूं कदे उन्होंने समझण की कोशिश नहीं की। ਲੁਧਿਆਣਾ ਵਿਖੇ ਨਜਾਇਜ਼ ਜ਼ਮੀਨ ਦੇ ਅਲਾਟਮੈਂਟ ਨੂੰ ਲੈ ਕੇ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਵੱਲੋਂ ਬਿਨਾਂ ਇਲਾਕਾ ਨਿਵਾਸੀਆਂ ਦੀ ਮਰਜ਼ੀ ਦੇ ਇਲਾਕੇ ਦੀ ਕੋਈ ਜਗ੍ਹਾ ਇੰਸਟੀਚਿਊਟ ਅਦਾਰੇ ਲਈ ਬੋਲੀ ਲਗਾ ਕੇ ਵੇਚੀ ਜਾ ਰਹੀ ਹੈ, ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਰ ਪ੍ਰਸ਼ਾਸਨ ਵੱਲੋਂ ਇਲਾਕਾ ਨਿਵਾਸੀਆਂ ਦੇ ਵਿਰੋਧ ਕਰਨ ਦੇ ਬਾਵਜੂਦ ਵੀ ਬੋਲੀ ਲਗਾਉਣ ਦੇ ਫੈਸਲੇ ਨੂੰ ਵਾਪਸ ਨਹੀਂ ਲਿਆ ਜਾ ਰਿਹਾ, ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਕਾਂਗਰਸ ਆਗੂ ਕਮਲਜੀਤ ਸਿੰਘ ਕੜਵਲ ਨੂੰ ਨਾਲ ਲੈ ਕੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਫੈਸਲੇ ਨੂੰ ਰੱਦ ਕਰਵਾਇਆ। ਸੋ ਅੱਜ ਲੋਕਾਂ ਨੇ ਜਿਹੜੀ ਮੰਗ ਰੱਖੀ ਸੀ ਵੀ ਇਸ ਜਿਹੜੀ ਆਕਸ਼ਨ ਨੂੰ ਰੋਕਿਆ ਜਾਵੇ, ਤੇ ਅੱਜ ਸਾਡੀ ਸਾਰੀ ਕਾਂਗਰਸ ਪਾਰਟੀ ਦੀ ਟੀਮ, ਸਾਡੇ ਕਾਉਂਸਲਰ ਸਾਹਿਬਾਨ ਵੀ ਇੱਥੇ ਮੌਕੇ ਤੇ ਪਹੁੰਚੇ ਜਦੋਂ ਲੋਕਾਂ ਦੀ ਇਹ ਜ਼ਰੂਰਤ ਸੀਗੀ, ਤੇ ਅਫਸਰਾਂ ਨੂੰ ਇਹ ਜਿਹੜਾ ਨਾਲ ਹੀ ਸਾਰੀ ਰਿਪੋਰਟ ਦਿੱਤੀ ਗਈ ਤੇ ਉਹਨਾਂ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਇਹ ਜਿਹੜੀ ਆਕਸ਼ਨ ਸੀ ਉਹ ਜਿਹੜੀ ਪੋਸਟਪੋਨ ਕਰਤੀ। ਮੈਂ ਇਹਨਾਂ ਦਾ ਸਾਰੇ ਅਫਸਰ ਸਾਹਿਬਾਨ ਦਾ ਵੀ ਧੰਨਵਾਦ ਕਰਦਾ ਤੇ ਇਲਾਕਾ ਨਿਵਾਸੀਆਂ ਨੇ ਜਿਹੜਾ ਅੱਜ ਇਕਮੁੱਠ ਹੋ ਕੇ ਜਿਹੜਾ ਇਹ ਬਹੁਤ ਵਧੀਆ ਮੈਂ ਸਮਝਦਾ ਕਿ ਏਰੀਏ ਲਈ ਉਪਰਾਲਾ ਕੀਤਾ, ਇਹਦਾ ਵੀ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਯਕੀਨ ਦਿਵਾਉਂਦੇ ਹਾਂ ਕਿ ਜਿਹੜੀ ਸਾਡੀ ਪਾਰਟੀ ਦੀ ਸੋਚ ਆ ਉਹ ਕਿਤੇ ਵੀ ਕੋਈ ਘਪਲਾ ਹੁੰਦਾ ਉਹ ਉੱਥੇ ਸਾਡੇ ਸੀਨੀਅਰ ਸਾਰੇ ਲੀਡਰ ਸਾਹਿਬਾਨ ਪਹੁੰਚਦੇ ਆ ਤੇ ਉਸੇ ਤਰੀਕਾ ਸਾਡੇ ਲੀਡਰ ਸੀਨੀਅਰ ਲੀਡਰ ਸਾਹਿਬਾਨ ਨੇ ਡਿਊਟੀ ਲਾਈ ਵੀ ਉੱਥੇ ਜਾ ਕੇ ਦੇਖੋ ਕੀ ਲੋਕਾਂ ਨੂੰ ਪ੍ਰੋਬਲਮ ਆ। ਸੋ ਆਸ਼ੂ ਜੀ ਨੇ ਮੇਰੀ ਡਿਊਟੀ ਲਾਈ ਸੀ ਵੀ ਜਾ ਕੇ ਦੇਖ ਕੇ ਆਓ ਤੇ ਮੈਂ ਇੱਥੇ ਆਇਆ ਤੇ ਆਹ ਪ੍ਰੋਬਲਮ ਇਹਨਾਂ ਦੀ ਹੱਲ ਕਰਾ ਕੇ ਦਿੱਤੀ। ਅੱਜ ਲੋਕਾਂ ਨੇ ਜਿਹੜਾ ਮਨ ਦੇ ਇੱਛਾ ਸੀ, ਇਹਨਾਂ ਦਾ ਮਿਸ਼ਨ ਸੀ, ਉਹ ਪੂਰਾ ਕਰਨ ਦੇ ਵਿੱਚ ਸਾਡੀ ਪਾਰਟੀ ਨੇ, ਸਾਡੇ ਕਾਉਂਸਲਰ ਸਾਹਿਬਾਨ ਨੇ, ਸਾਰਿਆਂ ਨੇ ਬੜਾ ਸਾਥ ਦਿੱਤਾ। ਸੋ ਯਕੀਨ ਦਿਵਾਉਂਦੇ ਹਾਂ ਵੀ ਅੱਗੇ ਵੀ ਕੋਈ ਕਿਤੇ ਵੀ ਜ਼ਰੂਰਤ ਸਮਝਦੇ ਹੋਣਗੇ ਅਸੀਂ ਪਹੁੰਚਾਂਗੇ, ਕਿਉਂਕਿ ਜਦ ਕਿ ਇਸ ਏਰੀਏ ਦੇ ਨੁਮਾਇੰਦੇ ਜਿਹੜੇ ਆ ਉਹ ਸਿਰਫ ਵੋਟਾਂ ਲੈ ਕੇ ਜਿੱਤਣ ਤੋਂ ਬਾਅਦ ਬਾਹਰਲੇ ਏਰੀਆ ਦੇ ਵਿੱਚ ਕਦੇ ਕੱਪੜੇ ਲਹਾਉਂਦੇ ਫਿਰਦੇ ਆ, ਕਦੇ ਪੜਵਾਉਂਦੇ ਫਿਰਦੇ ਆ, ਪਰ ਏਰੀਏ ਦੇ ਦੁੱਖ ਨੂੰ ਕਦੇ ਉਹਨਾਂ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਆਹ ਜਿਹੜੇ ਕੰਮ ਨੇ ਇਹ ਕਿਹਦੀ ਡਿਊਟੀ ਹੁੰਦੀ ਹੈ, ਜਿਹੜੇ ਇਸ ਏਰੀਏ ਦੇ ਵਿੱਚੋਂ ਜਿਨ੍ਹਾਂ ਨੂੰ ਜਿਤਾ ਕੇ ਲੋਕਾਂ ਨੇ ਭੇਜਿਆ ਜਾਂਦਾ, ਪਰ ਉਹ ਭੜਕੇ ਹੋਏ ਨੇ। ਪਰ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਕਿ ਜੇ ਉਹ ਨਹੀਂ ਕਰਦੇ ਤਾਂ ਅਸੀਂ ਜ਼ਰੂਰ ਆ ਕੇ ਕਰਾਈਏ। ਸੋ ਅੱਜ ਉਹ ਫਤਿਹ ਹੋਈ ਹੈ, ਅੱਜ ਸਾਡੀ ਸਾਰੀ ਟੀਮ ਦੀ, ਸਾਰੇ ਲੋਕਾਂ ਦੀ ਅੱਜ ਫਤਿਹ ਹੋਈ ਹੈ। ਗਲਾਡਾ ਆਫਿਸ में आया। ਸੋ ਅੱਜ ਗਲਾਡਾ ਆਫਿਸ ਤੋਂ ਜਿਹੜੇ ਸਾਡੇ ਦੁਗਰੀ ਅਰਬਨ ਸਟੇਟ ਤੋਂ ਨਿਵਾਸੀ ਜਿਹੜੇ ਅੱਜ ਆਏ ਹੋਏ ਸੀਗੇ, ਇਹਨਾਂ ਨੇ ਕਾਲ ਕਰਕੇ ਸਾਨੂੰ ਦੱਸਿਆ ਵੀ ਸਾਡੀ ਆਹ ਪ੍ਰੋਬਲਮ ਆ ਜਿਹਦੇ ਕਰਕੇ ਅੱਜ ਆਕਸ਼ਨ ਉਹ ਰੋਕੀ ਜਾਵੇ, ਕਿਉਂਕਿ ਇਹਦੇ ਵਿੱਚ ਇਹਨਾਂ ਲੋਕਾਂ ਨੂੰ ਮਹਿਸੂਸ ਹੋ ਰਿਹਾ ਸੀਗਾ ਵੀ ਕਿਤੇ ਨਾ ਕਿਤੇ ਸ਼ਾਇਦ ਲੋਕਾਂ ਨਾਲ ਕੋਈ ਧੋਖਾ ਹੋ ਰਿਹਾ। ਤੇ ਉਹਦੇ ਵਿੱਚ ਮੈਂ ਵੀ ਆਪਣੀ ਇੱਕ ਐਪਲੀਕੇਸ਼ਨ ਪਰਸੋਂ ਮੈਨੂੰ ਦੇ ਕੇ ਆਏ ਸੀ, ਉਸ ਬਿਹਾਫ ਤੇ ਮੈਂ ਸੀਏ ਸਾਹਿਬ ਨੂੰ ਮੈਂ ਵੀ ਇੱਕ ਨੰਬਰੀ ਐਪਲੀਕੇਸ਼ਨ ਦੇਤੀ ਸੀ ਵੀ ਇਹਨੂੰ ਰੋਕਿਆ ਜਾਵੇ। ਪਰ ਉਹ ਜਦੋਂ ਅੱਜ ਨਾ ਰੁਕੀ ਤਾਂ ਫਿਰ ਮੈਨੂੰ ਆਉਣਾ ਪਿਆ, ਕਿਉਂਕਿ ਸਾਡੀ ਉਸ ਏਰੀਏ ਦੇ ਨੁਮਾਇੰਦਗੀ ਕਰਦੇ ਮੈਂ ਉੱਥੋਂ ਹਲਕਾ ਇੰਚਾਰਜ ਹਾਂ, ਕਮਲਜੀਤ ਸਿੰਘ ਕੜਵਲ ਮੇਰਾ ਨਾਮ ਆ। ਸੋ ਮੈਂ ਅੱਜ ਇੱਥੇ ਆਇਆ ਤੇ ਆ ਕੇ ਸੰਬੰਧਿਤ ਅਫਸਰ ਸਾਹਿਬਾਨ ਨੂੰ ਬੇਨਤੀ ਕੀਤੀ ਹੈ ਵੀ ਇਹ ਜਿਹੜੀ ਆਕਸ਼ਨ ਆ ਇਹਨੂੰ ਪੋਸਟਪੋਨ ਕਰਕੇ ਇਹਦੇ ਤੇ ਆਪਾਂ ਵਿਚਾਰ ਕੀਤਾ ਜਾਵੇ ਵੀ ਇਹਦੇ ਵਿੱਚ ਲੋਕ ਹਿੱਤਾਂ ਨੂੰ ਧਿਆਨ ਰੱਖਦੇ ਹੋਏ ਜਿਹਦੇ ਵਿੱਚ ਸਾਨੂੰ ਲੋਕਾਂ ਨੂੰ ਵੀ ਫਾਇਦਾ ਹੁੰਦਾ ਹੋਵੇ ਤੇ ਗਲਾਡਾ ਨੂੰ ਵੀ ਜਿਹੜਾ ਵੱਧ ਪੈਸਾ ਇਕੱਠਾ ਹੋ ਸਕੇ, ਕਿਉਂਕਿ ਜਿਸ ਇੰਸਟੀਚਿਊਟ ਨੇ ਉਹ ਜਗ੍ਹਾ ਖਰੀਦਣੀ ਹੈ ਇਹ ਸਾਰਿਆਂ ਨੂੰ ਪਹਿਲਾਂ ਹੀ ਪਤਾ, ਕਿਉਂਕਿ ਉਸ ਇੰਸਟੀਚਿਊਟ ਨੇ ਪਹਿਲਾਂ ਹੀ ਉਸ ਪਾਸੇ ਗੇਟ ਕੱਢਿਆ ਹੋਇਆ ਨਜਾਇਜ਼ ਤੌਰ ਤੇ ਐਡੀ 5000 ਗਜ ਦਾ ਪਲਾਟ ਆ ਤੇ ਨੈਚੁਰਲੀ ਆ ਉਦੋਂ ਉਹ ਨਾਲ ਦੀ ਪ੍ਰਾਪਰਟੀ ਵਾਲਾ ਹੀ ਖਰੀਦੇਗਾ ਤੇ ਉਹ ਰੇਟ ਵੀ ਆਪਣੀ ਮਰਜ਼ੀ ਦਾ ਦੇਗਾ। ਅਗਰ ਅਸੀਂ ਉਹਨੂੰ 4 ਪਾਰਟ ਦੇ ਵਿੱਚ ਕਰਕੇ ਸੇਲ ਕਰਦੇ ਹਾਂ ਜਾਂ ਅਸੀਂ ਉਹਨੂੰ ਰੇੜੀ ਫੜੀ ਮਾਰਕੀਟ ਬਣਾਉਂਦੇ ਹਾਂ ਤਾਂ ਉਹਦੇ ਨਾਲ ਰੈਵਨਿਊ ਵੀ ਵੱਧ ਆ ਜਾਏਗਾ तो लोगों की जी समस्या भी हल हो जाएगी। क्या लग रहा है आपको इसमें, जैसे आप बोल रहे किसी स्कूल वाले ने परचेज करना, तो आपको क्या लग रहा है कि कैसे हो गया ये सब? देखो जो गेट कढ़िया हुआ ना ये चीज़ ये संकेत सही नहीं है। उस बंदे नूं गेट कड्ढण दी इजाजत नहीं मिलनी चाहिए सी। वो पहले गेट कढ़ के बह गया भी उन्होंने जिवें श्योर ही हुंदा भी मैं ही प्रॉपर्टी अज लैनी है। की नाम है सर? ग्रीनलैंड स्कूल का मालक मिस्टर रुद्रा ने। सो उन्हां दा स्कूल बिल्कुल नाल लगदा है। अभी क्या आश्वासन क्या मिला आपको गलाडा ऑफिस से? सो इनू पोस्टपोन किया जाएगा जी। हुण ही अफसर साहबान नाल तुहाडे सामने गल होई है, इनू पोस्टपोन करके इहदे ते लोकां दी उस एरिए दे नुमाइंदियां दी राय लैके फिर जिहड़ी उस एरिए दे लोग कहणगे उहदे मुताबक उहनूं जिहड़ा ਇਹ ਕਰਵਾਇਆ ਜਾਏਗਾ। ਦੁਬਾਰੇ ਆਪਸ਼ਨ ਕੋਈ ਦਿੱਕਤ ਨਹੀਂ ਸਰ। ਕੀ ਜਿਹੜੇ ਲੋਕ ਨੇ ਜਿਹੜੇ ਉੱਥੇ ਦੇ ਪਛਿੰਦੇ ਨੇ ਇਹਨਾਂ ਦੀ ਬਿਨਾਂ ਜਾਣਕਾਰੀ ਤੇ ਐਡਾ ਵੱਡਾ ਡਿਸੀਜਨ ਕਿੱਦਾਂ ਲਿੱਤਾ ਗਿਆ? ਸੋ ਮੈਂ ਇਸ ਗੱਲ ਤੇ ਤਾਂ ਮੈਂ ਵੀ ਕਹਿੰਦਾ ਵੀ ਇਹ ਜਦੋਂ ਇਹ ਫੈਸਲਾ ਲਿਆ ਸੀ, ਜੇ ਅਫਸਰ ਸਾਹਿਬਾਨ ਨੇ ਫੈਸਲਾ ਲਿਆ ਸੀ
ਤਾਂ ਉਸ ਏਰੀਆ ਦੇ ਲੋਕਾਂ ਨੂੰ ਵੀ ਬੁਲਾਉਣਾ ਚਾਹੀਦਾ ਸੀਗਾ। ਇਹ ਕਿਉਂ ਹੋਇਆ, ਇਹ ਇੱਥੇ ਆ ਕੇ ਤਾਂ ਲੋਕਾਂ ਦਾ ਸ਼ੱਕ ਵੱਧਦਾ ਵੀ ਇਹ ਗਲਤ ਹੋ ਰਿਹਾ। ਸਰ ਕੀ ਤੁਹਾਡੇ ਵੱਲੋਂ ਤੇ ਹਾਈ ਕੋਰਟ ਤੇ ਪਟੀਸ਼ਨ ਪਾ ਕੇ ਕੋਈ ਇਹਨਾਂ ਕੋਲ ਲਿੱਤਾ ਜਾਊਗੀ ਜਾਣਕਾਰੀ ਵੀ ਕਿਹਨਾਂ ਦੇ ਹੁਕਮਾਂ ਦੇ ਅਨੁਸਾਰ ਤੁਸੀਂ- ਜਦੋਂ ਅਸੀਂ ਸੰਬੰਧਤ ਅਫਸਰ ਇਸ ਚੀਜ਼ ਨੂੰ ਪਹਿਲਾਂ ਰੋਕ ਰਹੇ ਨੇ, ਉਸ ਤੋਂ ਬਾਅਦ ਅਸੀਂ ਜਿਹੜਾ ਇਹ ਅਗਰ ਕੋਈ ਤੇ ਨਹੀਂ ਸੁਣਵਾਈ ਹੋਊਗੀ ਫਿਰ ਹੀ ਆਪਾਂ ਇਸ ਗੱਲਾਂ ਕਰਾਂਗੇ ਨਾ। ਸਾਨੂੰ ਪਤਾ ਵੀ ਜੇ ਇਹ ਚੀਜ਼ ਹੋਣੀ ਚਾਹੀਦੀ ਹੈ ਤਾਂ ਅਸੀਂ ਕਰਵਾ ਵੀ ਰਹੇ ਹਾਂ। ਮੈਡਮ ਸਰ ਹੁਣ ਇਹ ਕਹਿ ਰਹੇ ਨੇ ਵੀ ਕੋਈ ਕਾਰਵਾਈ ਹੋਏਗੀ। ਬਿਲਕੁਲ ਜੀ, ਕਿਉਂ ਨਹੀਂ ਹੋਏਗੀ? ਜਿਹੜਾ ਬੰਦਾ ਗਲਤ ਆ ਉਹ ਤੇ ਕਾਰਵਾਈ ਨਹੀਂ ਹੋਏਗੀ, ਇਹ ਕਿਵੇਂ ਹੋ ਸਕਦਾ? ਉੱਥੇ ਹੀ ਇਸ ਮੌਕੇ ਪ੍ਰਸ਼ਾਸਨ ਅਧਿਕਾਰੀ ਨਾਲ ਵੀ ਸਾਡੇ ਪੱਤਰਕਾਰ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਾਨੂੰਨ ਮੁਤਾਬਕ ਹੀ ਉਹਨਾਂ ਦੁਆਰਾ ਜਗ੍ਹਾ ਨੂੰ ਇੰਸਟੀਚਿਊਟ ਬਣਾਉਣ ਦੇ ਮਕਸਦ ਨਾਲ ਹੀ ਬੋਲੀ ਲਗਾਈ ਜਾ ਰਹੀ ਸੀ। ਅੱਜ ਜਿਹੜੇ ਆਪਣੇ ਰਿਪਰੈਜ਼ੈਂਟੇਟਿਵਸ ਦੁਗਰੀ ਤੋਂ ਆਏ ਹੈਗੇ ਨੇ, ਇਹਨਾਂ ਦਾ ਇਹ ਕੰਸਰਨ ਹੈਗਾ ਕਿ ਇੱਕ ਅਸੀਂ ਸਾਈਟ ਜਿਹੜੀ ਆਕਸ਼ਨ ਤੇ ਲਗਾਈ ਹੈਗੀ ਇੰਸਟੀਟਿਊਸ਼ਨਲ ਸਾਈਟ, ਕਿ ਉਹਨੂੰ ਜਿਹੜੀ ਹੈਗੀ ਆਕਸ਼ਨ ਰੋਕੀ ਜਾਏ ਜਾਂ ਪੋਸਟਪੋਨ ਕੀਤੀ ਜਾਏ। ਉਹਦੀ ਉਹ ਆਪਣੀ ਜਿਹੜਾ ਪਰਪਸ ਹੈਗਾ ਹੈ ਕਿਸੇ ਹੋਰ ਪਰਪਸ ਦੇ ਲਈ ਯੂਟਿਲਾਈਜ਼ ਕਰਨਾ ਚਾਹੁੰਦੇ ਹੈਗੇ। किस बिहार पे लगाई गई थी? ਦੇਖੋ ਇਹ ਜਿਹੜੀ ਆਪਣੀ ਸਾਈਟ ਹੈਗੀ ਇੰਸਟੀਟਿਊਸ਼ਨਲ, ਉਹਦਾ ਪਰਪਸ ਡਿਫਾਈਨ ਕੀਤਾ ਗਿਆ ਸੀਗਾ ਆਪਣੀ ਮੀਟਿੰਗ ਦੇ ਦੌਰਾਨ, ਡਿਸਾਈਡ ਕੀਤਾ ਜਿਹੜੀ ਆਪਣੀ ਪਲੈਨਿੰਗ ਦੀ ਕਮੇਟੀ ਹੈਗੀ ਹੈ ਉਹਨਾਂ ਵੱਲੋਂ ਇਹਦਾ ਪਰਪਸ ਇੰਸਟੀਟਿਊਸ਼ਨਲ ਸਾਈਟ ਦੇ ਤੌਰ ਤੇ ਡਿਸਾਈਡ ਕੀਤਾ ਗਿਆ ਸੀ। ਤੇ ਹੁਣ ਡਿਊ ਕੋਰਸ ਆਫ ਟਾਈਮ ਤੇ ਪ੍ਰੋਪਰ ਐਡਵਰਟਾਈਜ਼ਮੈਂਟ ਵਗੈਰਾ 21 ਦਿਨ ਦਾ ਜਿਹੜਾ ਸਮਾਂ ਹੁੰਦਾ ਉਹ ਦੇਣ ਤੋਂ ਬਾਅਦ ਇਹ ਜਿਹੜੀ ਹੈਗੀ ਆਕਸ਼ਨ ਲਗਾਈ ਗਈ ਸੀਗੀ। ਮੈਡਮ ਇੱਥੇ ਕਿਸੇ ਨੇ ਆਪਣਾ ਪ੍ਰਪੋਜ਼ਲ ਵੀ ਲਾਇਆ ਸੀਗਾ? ਪ੍ਰਪੋਜ਼ਲ ਜਿੱਥੇ ਤੱਕ ਪ੍ਰਪੋਜ਼ਲ ਦਾ ਸੰਬੰਧ ਹੈਗਾ, ਇਹ ਜਨਰਲ ਅਸੀਂ ਪਬਲਿਕ ਦੀ ਡਿਮਾਂਡ ਦੇ ਅਕੋਰਡਿੰਗ ਹੀ ਕਰਦੇ ਹੈਗੇ। ਇਹ ਜਿਹੜਾ ਹੁਣ ਸਾਡੇ ਧਿਆਨ 'ਚ ਆਇਆ ਹੈਗਾ ਕਿ ਪਬਲਿਕ ਬਾਕੀ ਜਿਹੜੇ ਹੋਰ ਲੋਕੀ ਨਿਵਾਸੀ ਹੈਗੇ ਨੇ ਉਹ ਚਾਹੁੰਦੇ ਨੇ कि ਉਹਨੂੰ इंस्टीट्यूशनल साइट के तौर पे ना दिता जाए। मैं जो पहले मैप है गलाडा का उसमें जो है वहाँ पे रेडी पड़ी वालों को जगह अलॉट की गई थी, बट आज के डेट में उसको चेंज किया जा रहा है, उसका क्या कारण है, देखो क्यों चेंज किया? ਇਹ ਜਿਹੜਾ ਪ੍ਰੋਸੀਜਰ ਹੈਗਾ ਇਹ ਤਾਂ ਆਪਣਾ ਔਨਗੋਇੰਗ ਪ੍ਰੋਸੀਜਰ ਰਹਿੰਦਾ ਹੈਗਾ। ਆਪਣੀ ਜਿਹੜੀ ਫਸਟ ਪਲੈਨਿੰਗ ਹੁੰਦੀ ਹੈਗੀ ਕਿਸੇ ਵੀ ਏਰੀਆ ਦੀ, ਉਹ ਪਲੈਨਿੰਗ ਮੌਕੇ ਨੂੰ ਦੇਖਦੇ ਹੋ ਜਾਂ ਸਿਚੁਏਸ਼ਨ ਨੂੰ ਦੇਖਦੇ ਹੋ ਕਈ ਵਾਰ ਜਿਹੜੀ ਹੈਗੀ ਪਲੈਨਿੰਗ ਚੇਂਜ ਕੀਤੀ ਜਾਂਦੀ ਹੈਗੀ ਹੈ, ਪਰ ਉਹਦਾ ਵੀ ਇੱਕ ਪ੍ਰੋਸੀਜਰ ਹੁੰਦਾ ਹੈ ਤੇ ਵਿਦ ਪ੍ਰੋਪਰ ਪ੍ਰੋਸੀਜਰ ਜਿਹੜੀ ਹੈਗੀ ਪਲੈਨਿੰਗ ਇਹਦੀ ਚੇਂਜ ਕੀਤੀ ਗਈ ਸੀ। ਮੈਮ ਤੁਸੀਂ ਕਿ ਐਕਚੁਅਲੀ ਤੁਸੀਂ ਕਹਿ ਰਹੇ ਵੀ ਪ੍ਰਪੋਜ਼ਲ ਜਿਹੜਾ ਪਬਲਿਕ ਡਿਮਾਂਡ ਤੇ ਕੀਤਾ ਜਾਂਦਾ ਹੈ, ਜਦ ਕਿ ਆਲਰੇਡੀ ਉਸੇ ਮਹੱਲੇ ਦੀ ਪਬਲਿਕ ਇੱਥੇ ਤੁਹਾਡੇ ਕੋਲ ਬੈਠੀ ਹੈ। ਸਿਰਫ ਪਬਲਿਕ ਡਿਮਾਂਡ ਤੇ ਵੀ ਨਹੀਂ ਹੈਗਾ, ਬਹੁਤ ਸਾਰੇ ਰੀਜ਼ਨਸ ਹੁੰਦੇ ਹੈਗੇ। ਜਿਹੜੀ ਆਪਣੀ ਕਮੇਟੀ ਹੁੰਦੀ ਹੈ, ਜਿਹੜੇ ਇੰਜੀਨੀਅਰਿੰਗ ਡਿਵੀਜ਼ਨ ਵਾਲੇ ਹੈਗੇ ਨੇ, ਉਹ ਪਰਸਨਸ ਆਪਣਾ ਸਰਵੇ ਕਰਦੇ ਹੈਗੇ, ਉਹਦੇ ਬੇਸਿਸ ਤੇ ਬਣਦੀ ਹੈ। ਜ਼ਰੂਰੀ ਨਹੀਂ ਕਿ ਉਹ ਪਬਲਿਕ ਸਰਵੇ ਹੁੰਦਾ ਹੈ, ਕਈ ਵਾਰ ਲੈਂਡ ਦੇ ਅਕੋਰਡਿੰਗਲੀ ਸਰਵੇ ਵੀ ਹੁੰਦਾ ਹੈਗਾ ਕਿ ਉੱਥੇ ਕੀ ਹੋਰ ਚੀਜ਼ ਪੋਸੀਬਿਲਿਟੀ ਮੈਡਮ ਹੈਗੀ ਇਹਦੇ ਹੈ। ਪਬਲਿਕ ਡੀਲਿੰਗ ਦਾ ਕੋਈ ਜਾਨੀ ਕਿ ਬੈਨੀਫਿਟ ਨਹੀਂ, ਪਬਲਿਕ ਦੀ ਕੋਈ ਇੱਛਾ ਨਹੀਂ? ਨਹੀਂ, ਪਬਲਿਕ ਦੇਖੋ ਅੱਜ ਆਏ ਹੈਗੇ ਨੇ ਸਾਡੇ ਕੋਲ ਇਸ ਤੋਂ ਪਹਿਲਾਂ ਕੋਈ ਇਸ ਦੇ ਬਾਰੇ ਕੋਈ ਇੰਟੀਮੇਸ਼ਨ ਨਹੀਂ ਸੀਗੀ ਕਿ ਪਬਲਿਕ ਨੇ ਇਹ ਕਿਹਾ ਕਿ ਉੱਥੇ ਨਹੀਂ ਇੰਸਟੀਟਿਊਸ਼ਨਲ ਸਾਈਟ ਜਾਂਦੇ, ਤੇ ਅੱਜ ਵੀ ਉਹ ਆਏ ਹੈਗੇ ਨੇ ਤੇ ਉਸੇ ਦੇ ਅਕੋਰਡਿੰਗਲੀ ਅਸੀਂ ਦੱਸ ਰਹੇ ਹੈਗੇ ਕਿ ਇਹਨੂੰ ਜਿਹੜੀ ਕਿ ਮੈਡਮ ਇਹਨਾਂ ਦੇ ਕਹਿਣ ਦੇ ਮੁਤਾਬਕ 1 ਸਾਲ ਤੋਂ ਇਹਨਾਂ ਨੇ ਤੁਹਾਨੂੰ ਅਲਟੀਮੇਟ ਲੈਟਰ ਵੀ ਦਿੱਤਾ ਹੋਇਆ, ਤਾਂ ਨਾਲ ਉੱਥੇ ਪਹਿਲਾਂ ਵੀ ਆਲਰੇਡੀ 7 ਹਾਈ-ਫਾਈ ਕਲਾਸ ਸਕੂਲ ਚੱਲਦੇ ਪਏ ਨੇ। ਦੇਖੋ ਮੇਰੇ ਧਿਆਨ 'ਚ ਇਹ ਅੱਜ ਹੀ ਗੱਲ ਆਈ ਹੈਗੀ ਹੈ ਜਾਂ ਜਿਹੜਾ ਪਿਛਲੇ ਸੰਡੇ ਜਿਹੜੀ ਹੈਗੀ ਗੱਲ ਆਈ ਸੀਗੀ, ਤੇ ਇਸੇ ਕਾਰਨ ਹੁਣ ਜਿਹੜਾ ਅੱਜ ਅਸੀਂ ਉਹਨੂੰ ਜਿਹੜੀ ਪੋਸਟਪੋਨ ਕਰ ਰਹੇ ਹੈਗੇ ਆ ਤੇ ਉਹ ਦੁਬਾਰਾ ਉਹਨੂੰ ਐਨਾਲਿਸਿਸ ਕਰਕੇ ਦੁਬਾਰਾ ਸਰਵੇ ਕਰਕੇ ਉਹਦੀ ਤੁਹਾਡੇ ਹਿਸਾਬ ਨਾਲ ਡਿਸਾਈਡ ਗਲਤ ਨਹੀਂ, ਕੀਤਾ ਤੁਸੀਂ ਰਜਿਸਟਰਡ ਆਫਿਸ ਹੋ, ਤੁਹਾਨੂੰ ਇੰਨਾ ਨਹੀਂ ਪਤਾ ਉੱਥੇ ਵੀ ਇੰਨੇ 7 ਸਕੂਲ ਹੈਗੇ ਆ? ਨਹੀਂ, ਦੇਖੋ ਸਕੂਲਸ ਦੀ ਇੱਕ ਫਿਕਸਡ ਕ੍ਰਾਈਟੇਰੀਆ ਹੁੰਦਾ ਹੈ ਕਿ ਮਿਨੀਮਮ ਐਨੇ ਸਕੂਲਸ ਚਾਹੀਦੇ ਨੇ, ਉਸ ਤੋਂ ਬਾਅਦ ਪਰਪਸ ਜਿਹੜਾ ਹੈਗਾ ਚੇਂਜ ਕੀਤਾ ਜਾ ਸਕਦਾ ਹੈਗਾ। ਮੈਮ ਉਸ ਏਰੀਆ ਦੇ ਵਿੱਚ ਆਲਰੇਡੀ 7 ਸਕੂਲ ਆ, ਕਿ ਇਹ ਤਾਂ ਹੋ ਨਹੀਂ ਸਕਦਾ ਗਲਾਡਾ ਦੀ ਬਿਨਾਂ ਅਪਰੂਵਮੈਂਟ ਤੋਂ ਬਣੇ ਹੋਣਗੇ? ਨਹੀਂ, ਸਾਰੇ ਜਿਹੜੇ ਹੁੰਦੇ ਆ ਵਿਦ ਪ੍ਰੋਪਰ ਅਪਰੂਵਲ ਨਾਲ ਹੀ ਬਣਦੇ ਹੈਗੇ ਨੇ। Ma'am, ਤੁਹਾਡੀ ਅਸੀਂ knowledge ਡਿਫਾਈਨ ਕਰਦੇ ਹੈਗੇ ਕਿ ਉਹਦਾ ਕਿਹੜਾ ਪਰਪਸ ਹੈਗਾ, ਉਹਦੇ ਅਕੋਰਡਿੰਗਲੀ ਹੀ ਬਣਦੇ ਹੈਗੇ ਨੇ। मैम जो कमेटी की आपने बात करी है, तो कमेटी में कौन कौन इन्वॉल्व होते हैं जो कमेटी बनती है आपकी? ਕਮੇਟੀ 'ਚ ਕਈ ਮੈਂਬਰਸ ਹੁੰਦੇ ਹੈਗੇ ਨੇ, ਆਪਣੇ ਸੀਨੀਅਰ ਟਾਊਨ ਪਲੈਨਰ ਹੁੰਦੇ ਨੇ, ਇੰਜੀਨੀਅਰਿੰਗ ਡਿਵੀਜ਼ਨ ਦੇ ਪਰਸਨਸ ਹੁੰਦੇ ਨੇ, ਐਸਟੇਟ ਆਫੀਸਰ ਹੁੰਦੇ ਹੈਗੇ ਨੇ, ਤੇ ਉਹਦੇ 'ਚ ਆਪਣੇ ਸੀਨੀਅਰ ਆਰਕੀਟੈਕਟ ਹੁੰਦੇ ਨੇ ਜਿਹੜੇ ਚੰਡੀਗੜ੍ਹ ਤੋਂ ਆਉਂਦੇ ਨੇ। ਬਾਕੀ ਉਸ ਕਮੇਟੀ ਦੇ ਜਿਹੜੇ ਇੰਚਾਰਜ ਹੈਗੇ ਨੇ ਉਹ ਐਡੀਸ਼ਨਲ ਜਿਹੜੇ ਚੀਫ ਐਡਮਿਨਿਸਟ੍ਰੇਟਰ ਗਲਾਡਾ ਹੈਗੇ ਨੇ ਉਹ ਹੁੰਦੇ। ये किसको सौंपते, किसको रिपोर्ट अपनी, कौन डिसीजन? ਕਮੇਟੀ ਦਾ ਡਿਸੀਜਨ ਹੁੰਦਾ ਹੈ ਡਿਪੈਂਡਿੰਗ ਅਪਨ ਉਹਦੇ ਵਿੱਚ ਉਹਦੇ ਪ੍ਰੋਜ਼ ਐਂਡ ਕੌਨ ਸਾਰੇ ਜੋ ਚੀਜ਼ਾਂ ਹੈਗੀਆਂ ਨੇ ਉਹ ਦੇਖੀਆਂ ਜਾਂਦੀਆਂ ਹੈਗੀਆਂ। लास्ट डिसीजन इसमें किसका होगा? ACA ਸਾਹਿਬ ਦਾ, ਐਡੀਸ਼ਨਲ ਚੀਫ ਐਡਮਿਨਿਸਟ੍ਰੇਟਰ ਜਿਹੜੇ ਚੇਅਰਮੈਨ ਹੈਗੇ ਉਹਨਾਂ ਦਾ ਡਿਸੀਜਨ ਜਿਹੜਾ ਲਾਸਟ ਹੁੰਦਾ ਹੈ। ਮੈਡਮ ਜਿਹੜੀ ਤੁਸੀਂ ਇੱਥੇ ਜਿਹੜੀ ਬੋਲੀ ਕਰਾਣੀ ਸੀ ਆਨਲਾਈਨ, ਇਹਦੇ ਕਿੰਨੇ ਤੋਂ ਸ਼ੁਰੂ ਹੋਣੀ ਸੀਗੀ? ਇਹ ਮੈਂ ਤੁਹਾਨੂੰ ਪਤਾ ਕਰਕੇ ਦੱਸ ਦਿੰਦੇ ਹੈਗੇ ਕਿ ਉਹਦਾ ਕਿੰਨੀ ਹੈਗੀ, ਫਿਕਸ ਰੇਟ ਕਿੰਨਾ ਹੈਗਾ ਚੈੱਕ ਕਰਕੇ ਦੱਸ ਦਿੰਦੇ। ਤੇ ਮੈਮ ਅਗਲੀ ਇਹਦੀ ਕਾਰਵਾਈ ਹੁਣ ਕੀ ਹੋਗੀ? ਲੋਕ ਜਿਹੜੇ ਤੇ ਤੁਹਾਡੇ ਕੋਲ ਆਏ ਇਹਨਾਂ ਦੀ ਸੁਣਵਾਈ ਕੀਤੀ ਜਾਏਗੀ, ਕਿਤੇ ਕਿਤੇ ਠੰਡੇ ਪਾਸੇ 'ਚ ਪਾਈ ਜਾਏਗੀ? ਨਹੀਂ, ਉਹਨਾਂ ਦੀ ਹੁਣੀ ਇਮੀਡੀਏਟਲੀ ਅਸੀਂ ਮੌਕੇ ਤੇ ਹੀ ਦੱਸ ਦਿੱਤਾ ਹੈ ਕਿ ਅਗਰ ਦੇਖੋ ਗਲਾਡਾ ਜਿਹੜਾ ਕੰਮ ਕਰਦਾ ਹੈ ਉਹ ਪਬਲਿਕ ਦੇ ਲਈ, ਪਬਲਿਕ ਦੇ ਹਿੱਤ ਵਿੱਚ ਕੰਮ ਕਰਦਾ ਹੈਗਾ, ਤੇ ਅਗਰ ਇਹਨਾਂ ਦੀ ਡਿਮਾਂਡ ਹੈਗੀ ਕਿ ਉੱਥੇ ਇੰਸਟੀਟਿਊਸ਼ਨਲ ਸਾਈਟ ਇਹਨਾਂ ਨੂੰ ਨਹੀਂ ਰਿਕੁਆਇਰਮੈਂਟ ਹੈਗੀ ਤੇ ਕੋਈ ਹੋਰ ਇਹ ਫੈਸਿਲਿਟੀ ਚਾਹੁੰਦੇ ਤਾਂ ਉਹਨੂੰ ਦੇਖਦੇ ਹੋਏ ਅਸੀਂ ਇੱਕ ਵਾਰ ਜਿਹੜੀ ਹੈਗੀ ਇਹਨੂੰ ਪੋਸਟਪੋਨ ਕਰ ਦਿੱਤਾ ਹੈਗਾ ਫॉर ਟਿਲ ਫਰਦਰ ਆਰਡਰ ਜਿਹੜੀ ਹੈਗੀ ਇਹਨੂੰ ਅਸੀਂ ਕਰ ਦਾਂਗੇ ਪੋਸਟਪੋਨ, ਤੇ ਇਹਦੀ ਦੁਬਾਰਾ ਸਰਵੇ ਕਰਕੇ ਦੁਬਾਰਾ ਇਹਦੀ ਕੀਤਾ ਜਾਏਗਾ। ਮੈਡਮ ਜਿੱਦਾਂ ਕਿ ਗਲਾਡਾ ਇੱਕ ਬਹੁਤ ਵੱਡਾ ਮਹਿਕਮਾ ਹੈ, ਇਹਦੇ ਵਿੱਚ ਬਿਨਾਂ ਕਿਸੇ ਜਾਣਕਾਰੀ ਦੇ ਸੂਈ ਵੀ ਨਹੀਂ ਹਿਲ ਸਕਦੀ, ਪਰ ਮਹੱਲੇ ਵਾਲਿਆਂ ਦੇ ਕਹਿਣ ਦੇ ਮੁਤਾਬਕ ਉੱਥੇ ਗੇਟ ਲੱਗ ਰਿਹਾ, ਸਾਫ਼ ਸਫਾਈ ਹੋ ਰਹੀ ਹੈ,
ਦੇਖੋ ਉਹ ਇਮੀਡੀਏਟਲੀ ਜਿਹੜਾ ਤੁਸੀਂ ਗੱਲ ਕਹੀ ਹੈਗੀ ਉਹ ਕੰਸਰਨ ਜਿਹੜੇ ਐਸਡੀਓ ਹੈਗੇ ਨੇ ਤੇ ਸਟੇਟ ਆਫੀਸਰ ਹੈਗੇ ਉਹਨਾਂ ਨੂੰ ਦੱਸ ਕੇ ਉਹਦੇ ਤੇ ਇਮੀਡੀਏਟਲੀ ਕਾਰਵਾਈ ਕੀਤੀ ਕੀ ਕਾਰਵਾਈ ਹੋ ਸਕਦੀ ਮੈਡਮ ਉਹਨਾਂ ਤੇ? ਉਹਨੂੰ ਹਟਾਇਆ ਜਾਏਗਾ। ਜਿੰਨੀ ਵੀ ਨਜਾਇਜ਼ ਉਸਾਰੀ ਉਹਨਾਂ ਨੇ ਕੁਝ ਕੀਤੀ ਹੈਗੀ ਹੈ, ਜੋ ਗੇਟ ਲੱਗੇ ਹੈਗੇ ਨੇ ਉਹ ਸਾਰੇ ਹਟਾਏ ਜਾਣਗੇ। ਪ੍ਰਾਈਮ ਮੁੱਦੇ ਲਈ ਲੁਧਿਆਣਾ ਤੋਂ ਮਨੋਜ ਕੁਮਾਰ ਹੀਰਾ ਦੀ ਰਿਪੋਰਟ।